लो भी तो थर्ड सैकेंड लॉ ऑफ थर्मोडायनामिक्स ਆਪਾਂ ਅੱਜ ਕਰਨਾ ਸੀ। ਸੈਕੰਡ ਲॉ ऑफ ਥਰਮੋਡਾਇਨਾमिक्स ਦੀਆਂ ਦੋ ਸਟੇਟਮੈਂਟਸ ਹੋ ਗਈਆਂ, ਇੱਕ ਹੋ ਗਈ ਹੀਟ ਇੰਜਨ ਕੈਲਵਿਨ ਦੀ, ਇੱਕ ਹੋ ਗਈ ਕਲੋਸੀਅਸ ਦੀ ਜਿਹੜਾ ਕਿ ਰੈਫਰੀਜਰੇਟਰ 'ਚ ਕੰਮ ਕਰ ਰਿਹਾ ਸੀ। ਤਾਂ ਹੁਣ ਆਪਾਂ ਨੇ ਇਹਦਾ ਦੇਖ ਹੀ ਲਿਆ ਕਿ ਇੰਜਨ ਕੀ ਹੁੰਦਾ, ਹੀਟ ਇੰਜਨ। ਤਾਂ ਹੀਟ ਇੰਜਨ ਦੀ ਮੈਂ ਇੱਥੇ ਦੁਬਾਰਾ ਡਾਇਗਰਾਮ ਬਣਾ ਰਿਹਾ। देखो ये अपने को हीट इंजन की डायग्राम बन गई, लिख दें ये लिखता Q1, इतने लिखता अपने Q2, तो इतने लिखता वर्क डन विच इज एक्चुअली Q1 माइनस Q2 बिकॉज एनर्जी कैन नॉट बी क्रिएटेड नॉट डिस्ट्रॉयड, वर्क डन इज इक्वल टू Q1 माइनस Q2। ये हाई टैंपरेचर इन्होंने आप लिखा T1 तो इन्होंने आप लिख लिया T2, ਇਹਦੀਆਂ एफिशिएंसीज ये वो सारा कुछ ਤੁਹਾਨੂੰ ਦੱਸਤਾ। ਤਾਂ ਕੈਲਵਿਨ ਨੇ ਕੀ ਕਿਹਾ, ਕੈਲਵਿਨ ਕਹਿੰਦਾ ਕਿ ਇਹ ਜਿਹਾ ਕੋਈ ਵੀ ਇੰਜਨ ਨਹੀਂ ਬਣ ਸਕਦਾ, there cannot be any heat engine which produces work. There cannot be any heat engine which produces work by exchanging heat only with one reservoir। ਇੱਕ ਰੈਜ਼ਰਵਾਇਰ ਨਾਲ ਜੇ ਆਪਾਂ ਦੇਖੀਏ ਤਾਂ ਆਪਣੇ ਹੁਣ ਇਹਨੂੰ ਦੋ ਰੈਜ਼ਰਵਾਇਰ, ਇਹਨੂੰ ਹੀਟ ਰੈਜ਼ਰਵਾਇਰ ਕਹਿੰਦੇ ਆ। ਇੱਕ ਨੂੰ ਆਪਾਂ ਕਹਿ ਦਾਂਗੇ ਸੋਰਸ, ਇੱਕ ਨੂੰ ਕਹਿ ਦਾਂਗੇ ਸਿੰਕ। ਰੈਜ਼ਰਵਾਇਰ ਮਤਲਬ ਬਹੁਤ ਵੱਡਾ ਟੈਂਕ, ਬਹੁਤ ਵੱਡੀ ਜਗ੍ਹਾ ਜਿਹਦੇ ਵਿੱਚ ਹੀਟ ਸੇਵਡ ਹੋਵੇ। ਜਦੋਂ ਸੋਰਸ ਕਵਾਂਗੇ ਤਾਂ ਹਾਇਰ ਟੈਂਪਰੇਚਰ ਤੇ ਹੀਟ ਸੇਵਡ ਹੈ, ਜੇ ਸਿੰਕ ਕਵਾਂਗੇ ਤਾਂ ਲੋਅਰ ਟੈਂਪਰੇਚਰ ਤੇ ਹੀਟ ਸੇਵਡ ਹੈ। ਤਾਂ ਉਹ ਕਹਿੰਦਾ ਕਿ ਵੀ ਇਹ ਪੋਸੀਬਲ ਨਹੀਂਗਾ ਕਿ ਤੁਸੀਂ ਇੱਕੋ ਹੀ ਜਗ੍ਹਾ ਤੋਂ ਹੀਟ ਲਿੱਤੀ ਤੇ ਇੱਕੋ ਹੀ ਜਗ੍ਹਾ ਤੇ ਵਰਕ ਦੇਤਾ। ਮਤਲਬ ਇਟ ਇਜ਼ ਨਾਟ ਪੋਸੀਬਲ that Q2 is equal to 0. This is not possible. Q2 cannot be equal to 0. So ਜਿਹੜੀ ਆਪਣੀ efficiency ਹੈ it can never be equal to 100%, ਕਿਉਂਕਿ efficiency ਆਪਣੀ ਕੀ ਹੁੰਦੀ ਹੈ 1 minus Q2 by Q1। ਤਾਂ Q2 ਜਿਹੜਾ ਹੈ ਉਹ ਆਪਣਾ ਕਦੇ ਵੀ 0 ਨਹੀਂ ਹੋ ਸਕਦਾ। ਜਦੋਂ 0 ਹੀ ਨਹੀਂ ਹੋ ਸਕਦਾ ਮਤਲਬ 1 ਚੋਂ ਕੁਝ ਨਾ ਕੁਝ ਮਾਈਨਸ ਹਮੇਸ਼ਾ ਹੀ ਹੋਊਗਾ। it means ਕਿ efficiency can never be 100%. This is the statement given by Kelvin। ਬਾਕੀ ਇਹਦੀ ਐਗਜ਼ੈਕਟ ਵਰਡਿੰਗ ਤੁਸੀਂ ਆਪਦੀ ਬੁੱਕ ਚੋਂ ਦੇਖ ਲੈਣੀ ਹੈ, ਤੇ ਜਦੋਂ ਤੁਹਾਨੂੰ ਉੱਥੇ ਲਿਖਿਆ ਆਊਗਾ ਕਿ ਰਾਈਟ ਦੀ ਕੈਲਵਿਨ ਸਟੇਟਮੈਂਟ ਆਫ ਸੈਕੰਡ ਲਾਅ, ਤਾਂ ਤੁਸੀਂ ਉਹ ਸਾਰੀ ਸਟੇਟਮੈਂਟ ਲਿਖ ਦੇਣੀ ਹੈ। ਇੱਥੋਂ ਦਾ ਗੱਲ ਕਲੀਅਰ। ਲਓ ਜੀ ਹੁਣ ਆਪਾਂ ਚੱਲਦੇ ਹਾਂ ਸੈਕਿੰਡ ਤੇ। ਇਹ ਹੋ ਗਿਆ ਆਪਣੇ ਕੋਲ ਕੈਲਵਿਨ, ਸੈਕਿੰਡ ਆ ਗਿਆ ਆਪਣੇ ਕੋਲ ਕਲੋਸੀਅਸ। ਹੁਣ ਕਲੋਸੀਅਸ ਆਪਾਂ ਨੂੰ ਇਹ ਕਹਿੰਦਾ ਹੈ, ਕਲੋਸੀਅਸ ਨੇ ਰੈਫਰੀਜਰੇਟਰ ਨਾਲ ਕੰਮ ਕੀਤਾ। ਤਾਂ ਰੈਫਰੀਜਰੇਟਰ ਦੇ ਵਿੱਚ ਆਪਣੇ ਕੋਲੇ ਕੀ ਹੁੰਦਾ, ਰੈਫਰੀਜਰੇਟਰ ਵੀ ਜਮਾ ਹੀ ਹੈ, ਲੇਕਿਨ ਬਸ ਇਹਦੇ ਵਿੱਚ ਕੁਝ ਚੀਜ਼ਾਂ ਚੇਂਜ ਹੋ ਜਾਂਦੀਆਂ। ਹੁਣ ਕੀ ਹੋਊਗਾ, એનર્ਜੀ ਉੱਪਰ ਨੂੰ ਫਲੋ ਕਰੂਗੀ rather than flowing down, now it will flow up। ਤੇ ਵਰਕ ਆਪਾਂ ਨੂੰ ਇੱਥੇ ਇਨਪੁਟ ਦੇਣਾ ਪਊਗਾ। ਇਨਪੁਟ ਹੋ ਗਿਆ ਆਪਣੇ ਕੋਲੇ ਵਰਕ। ਤਾਂ ਵਰਕ ਹੁਣ ਵੀ ਆਪਣੇ ਕੋਲੇ ਹੈ ਤਾਂ Q1 ਮਾਈਨਸ Q2 ਦੇ ਇਕੁਅਲ ਹੀ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਹਜੇ ਵੀ ਆਪਾਂ ਉਹਨੂੰ ਸੋਰਸ ਕਵਾਂਗੇ, ਇਹਨੂੰ ਸਿੰਕ ਕਵਾਂਗੇ, देयर इज नो डिफरेंस। लेकिन now the system is going in opposite direction। ਕਲੋਸੀਅਸ ਨੇ ਕੀ ਕਿਹਾ, ਕਲੋਸੀਅਸ ਕਹਿੰਦਾ ਕਿ ਦੇਖੋ ਜੀ ਆਏ ਹੈ ਜਿਹੜਾ ਆਪਣੇ ਕੋਲ ਰੈਫਰੀਜਰੇਟਰ ਹੈ, ਹੁਣ ਆਪਾਂ ਚਾਹੁੰਦੇ ਆ ਕਿ Q2 ਤਾਂ ਆਪਣੇ ਕੋਲੇ ਆਵੇ ਲੇਕਿਨ ਆਪਾਂ ਨੂੰ ਵਰਕ ਨਾ ਕਰਨਾ ਪਵੇ। ਇਹ ਆਈਡੀਅਲ ਕੰਡੀਸ਼ਨ ਹੋ ਗਈ ਵੀ ਆਪਣੇ ਵਿੱਚ ਸੁਪਨਿਆਂ ਦੀ ਕੰਡੀਸ਼ਨ। ਤਾਂ ਇਹ ਕਹਿੰਦਾ ਕਿ no refrigerator can be created which takes the heat from lower temperature to higher temperature
विदाउट वर्क इनपुट। भाई वर्क इनपुट तो ਤੁਹਾਨੂੰ ਹੁਣ ਕਰਨਾ ਹੀ ਪਊਗਾ, ਕਹਿੰਦੇ ਜੀ ਚਾਹੇ ਕੁਝ ਮਰਜ਼ੀ ਹੋ ਜੇ, ਵਰਕ ਇਨਪੁਟ ਕੀਤੇ ਬਿਨਾ ਤਾਂ ਜਿਹੜਾ ਹੀਟ ਹੈ ਇਹ ਉੱਪਰ ਨਹੀਂ ਜਾ ਸਕਦੀ। ਤੁਸੀਂ ਚਾਹੁੰਦੇ ਹੋ ਕਿ Q2 ਤਾਂ ਆਪਾਂ ਨੂੰ ਮਿਲ ਜੇ, Q1 ਵੀ Q2 ਦੇ ਇਕੁਅਲ ਹੋ ਜਾਏ, ਲੇਕਿਨ ਵਰਕ ਆਪਣਾ 0 ਹੋ ਜਾਏ, that is not possible। ਤਾਂ ਆਪਣੇ ਕੋਲੇ ਇਹਨੇ ਕੰਡੀਸ਼ਨ ਦੇਤੀ ਕਿ ਵਰਕ ਕੈਨ ਨਾਟ ਬੀ ਇਕੁਅਲ ਟੂ 0। ਦਿਸ ਇੰਪਲਾਈਜ਼ ਜਿਹੜਾ ਆਪਣੇ ਕੋਲੇ COP ਸੀ, COP ਆਪਣੇ ਕੋਲੇ ਕੀ ਸੀਗਾ, Q2 ਡਿਵਾਈਡਡ ਬਾਈ ਵਰਕ। ਤਾਂ ਵਰਕ ਕੈਨੋਟ ਬੀ ਇਕੁਅਲ ਟੂ 0। COP ਦੇ ਉੱਤੇ ਕੋਈ ਕੰਡੀਸ਼ਨ ਨਹੀਂ ਗੀ, ਕਿਉਂਕਿ COP ਇਜ਼ ਆਲਵੇਜ਼ ਗ੍ਰੇਟਰ ਦੈਨ 1। ਤਾਂ COP ਤੇ ਕੋਈ ਕੰਡੀਸ਼ਨ ਨਹੀਂ, ਤਾਂ ਵਰਕ ਕਦੇ ਵੀ ਇਕੁਅਲ ਟੂ 0 ਨਹੀਂ ਹੋ ਸਕਦਾ। ਵਰਕ ਤਾਂ ਆਪਾਂ ਨੂੰ ਦੇਣਾ ਹੀ ਪਊ। ਇੱਕ ਦੂਜੇ ਤਰੀਕੇ ਵੀ ਜੇ ਆਪਾਂ ਗੱਲ ਸੋਚੀਏ ਤਾਂ ਆਪਾਂ ਫ੍ਰਿਜ ਹੈ, ਫ੍ਰਿਜ ਨੂੰ ਜੇ ਤੁਸੀਂ ਇਲੈਕਟ੍ਰਿਸਿਟੀ ਦੇ ਨਾਲ ਕਨੈਕਟ ਨਹੀਂ ਕੀਤਾ, ਤੁਸੀਂ ਪਲੱਗ ਔਨ ਨਹੀਂ ਕੀਤਾ, ਤਾਂ ਤੁਹਾਡਾ ਫ੍ਰਿਜ ਕਿਵੇਂ ਚੱਲੂਗਾ ਬਾਈ? ਤੁਸੀਂ ਉਹਨੂੰ ਠੰਡਾ ਨਹੀਂ ਕਰ ਸਕਦੇ, ਸਿੰਪਲ ਗੱਲ ਹੈ। ਤਾਂ ਆਪਾਂ ਨੂੰ ਵਰਕ ਤਾਂ ਕਰਨਾ ਹੀ ਪਊਗਾ, ਇਲੈਕਟ੍ਰਿਸਿਟੀ ਦੀ ਤਾਂ ਖਪਤ ਹੋਊਗੀ ਹੀ ਹੋਊਗੀ। ਬਿਨਾਂ ਬਿਜਲੀ ਔਨ ਕੀਤੇ ਤੁਹਾਡੇ ਫ੍ਰਿਜ ਦੇ ਵਿੱਚ ਬਰਫ਼ ਨਹੀਂ ਜੰਮਦੀ, ਕੁਝ ਮਰਜ਼ੀ ਹੋ ਜਾਵੇ। ਦਿਸ ਇਜ਼ ਵਾਟ ਇਜ਼ ਕਲੋਸੀਅਸ ਸੇਇੰਗ। ਹੁਣ ਇਹ ਤਾਂ ਹੋ ਗਈਆਂ ਆਪਣੀਆਂ ਦੋ ਡੈਫੀਨੇਸ਼ਨਸ, ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰ ਲੈਣਾ ਹੈ। ਸੋ ਨਾਓ ਵੀ ਆਰ ਮੂਵਿੰਗ ਟੂ ਆਵਰ ਵਨ ਲਾਸਟ ਪਾਰਟ, ਜਿਸ ਕਾਰਨੋਟ ਸਾਈਕਲ, which is in fact a very big part। ठीक है ना, बहुत ਵੱਡਾ ਹੈ। ਜੇ ਅੱਜ ਪੂਰਾ ਹੋ ਜਾਏ ਤਾਂ ਬਹੁਤ ਵੱਡੀਆ ਗੱਲ ਹੈ, ਨਹੀਂ ਤਾਂ ਆਪਾਂ ਨੂੰ ਹੋ ਸਕਦਾ ਇੱਕ ਕਲਾਸ ਹੋਰ ਲਾਉਣੀ ਪਵੇ, ਬਟ ਅਦਰਵਾਈਜ਼ ਆਪਣਾ ਇਹ ਸਾਰਾ ਅੱਜ ਖਤਮ ਹੋ ਜਾਣਾ ਚਾਹੀਦਾ ਹੈ। ਕਾਰਨੋਟ ਸਾਈਕਲ, ਹੁਣ ਆਪਣੇ ਕੋਲ ਇੱਕ ਸਾਈਕਲ ਕ੍ਰੀਏਟ ਹੋ ਗਿਆ। ਜਿਵੇਂ ਆਪਾਂ ਨੇ ਹੋਰ ਬਹੁਤ ਸਾਰੇ ਸਾਈਕਲ ਕ੍ਰੀਏਟ ਕੀਤੇ ਸੀ, ਆਪਾਂ ਨੇ ਕਿਹਾ ਕਿ ਸਾਈਕਲ ਦਾ ਕੀ ਮਤਲਬ ਹੈ ਕਿ ਵੀ ਆਪਾਂ ਇੱਕ ਪੋਜੀਸ਼ਨ ਤੋਂ ਲੈ ਕੇ ਆਪਾਂ ਘੁੰਮ ਫਿਰ ਆ ਕੇ ਉਸੇ ਪੋਜੀਸ਼ਨ ਤੇ ਵਾਪਸ ਪਹੁੰਚ ਗਏ, ਸੋ ਦੈਟ ਇਜ਼ ਕਾਲਡ ਸਾਈਕਲ। ਤਾਂ ਆਪਾਂ ਇਹਦੇ ਵਿੱਚ ਕਾਰਨੋਟ ਨਾਮ ਦਾ ਇੱਕ ਬੰਦਾ ਸੀਗਾ, ਉਹਨੇ ਇੱਕ ਸਪੈਸੀਫਿਕ ਇੱਕ ਸਾਈਕਲ ਕ੍ਰੀਏਟ ਕੀਤਾ। ਸੁਣਾਓ, ਵਾਟ ਵਾਜ਼ ਹੀ ਡੂਇੰਗ? उसने ही किया PV डायग्राम ਆਪਾਂ ਨੇ ਡਰਾ ਕੀਤਾ। ਨਾਓ ਵਾਟ ਵਾਸ ਹੈਪਨਿੰਗ, ਆਪਣੇ ਕੋਲੇ ਜਿਵੇਂ ਮੰਨ ਲਓ ਆ ਸਟੇਟ 1 ਤੇ ਸੀ, ਐਂ ਕਰਕੇ ਬਣ ਗਿਆ। ਤਾਂ ਇਹ ਬਣ ਗਿਆ ਆਪਣੇ ਕੋਲੇ, 2 ਮਿੰਟ ਖੜ ਜਾ। ਸਭ ਤੋਂ ਪਹਿਲਾਂ ਆਈਸੋਥਰਮਲ ਪ੍ਰੋਸੈਸ ਲੈਣਾ ਹੈ, ਕੰਪਰੈਸ਼ਨ ਲੈਣਾ ਹੈ। वन टू थ्री, ਇਹ ਆਪਣੀ ਬਣ ਗਈ ਸਾਰੀ ਚੀਜ਼। ਚਲੋ ਐਨੀਵੇ ਜਿਵੇਂ ਵੀ ਬਣ ਗਿਆ। ਹੁਣ ਇਹ ਆਪਣੇ ਕੋਲ ਸਾਈਕਲ ਬਣ ਗਿਆ, ਇਹਦੀਆਂ 4 ਪ੍ਰੋਸੈਸਸ ਹੈ, ਐਂਡ ਵੀ ਆਰ ਗੋਇੰਗ ਟੂ ਨੇਮ ਇਟ ਪ੍ਰੋਸੈਸ A, ਪ੍ਰੋਸੈਸ B, C ਤੇ ABCD ਹੋ ਗਿਆ। ਹੁਣ ਜਿਹੜੀਆਂ 4 ਪ੍ਰੋਸੈਸਸ ਬਣ ਗਈਆਂ, ਹੁਣ ਆਪਾਂ ਨੇ ਇਹਦਾ ਵਰਕ ਡਨ ਆਪਾਂ ਫਾਈਂਡ ਕਰਨਾ ਚਾਹੁੰਦੇ ਆ। ਤਾਂ ਵਰਕ ਡਨ ਆਬਵੀਅਸਲੀ ਆਪਣੇ ਕੋਲ ਇੱਥੇ ਕਿਵੇਂ ਨਿਕਲੂਗਾ, ਤਾਂ ਉਹ ਕਹਿੰਦਾ ਕਿ ਵਰਕ ਡਨ ਹੈ ਇਹਦੇ ਵਿੱਚ ਵਾਲਾ ਆਪਣਾ ਆ ਵਾਲਾ ਏਰੀਆ। ਤਾਂ ਬੇਸਿਕਲੀ ਆਪਾਂ ਕਰਾਂਗੇ ਕਿ ਆਪਾਂ ਸਾਰਾ ਵਰਕ ਡਨ ਫਾਈਂਡ ਕਰਕੇ ਉਹਨੂੰ ਮਾਈਨਸ ਕਰਕੇ ਆਪਣੇ ਕੋਲ ਨੈਟ ਵਰਕ ਡਨ ਆ ਜਾਊਗਾ। ਤਾਂ ਆਪਾਂ ਇਹਦੀ ਐਫੀਸ਼ੀਐਂਸੀ ਫਾਈਂਡ ਕਰਕੇ ਦੇਖਾਂਗੇ, ਦੈਟ ਇਜ਼ ਦੀ ਮੇਨ ਥਿੰਗ। ਤਾਂ ਇਹਦੇ ਵਿੱਚ ਆਪਣੇ ਕੋਲ ਨੰਬਰ ਆਫ ਪ੍ਰੋਸੈਸਸ ਕਿੰਨੀਆਂ ਹੋ ਗਈਆਂ, 4। ਤੇ ਕਿਹੜੀਆਂ ਪ੍ਰੋਸੈਸਸ ਹੋ ਗਈਆਂ? ਸਭ ਤੋਂ ਪਹਿਲੀ ਆਪਣੀ ਕੋਲੇ ਪ੍ਰੋਸੈਸ ਹੋ ਗਈ ਆਈਸੋਥਰਮਲ ਕੰਪਰੈਸ਼ਨ। ਨੰਬਰ 2 ਹੋ ਗਈ ਆਪਣੇ ਕੋਲ ਐਡੀਆਬੈਟਿਕ ਕੰਪਰੈਸ਼ਨ। ਨੰਬਰ 3 ਹੋ ਗਿਆ ਆਈਸੋਥਰਮਲ ਐਕਸਪੈਂਸ਼ਨ। ਤੇ ਨੰਬਰ 4 ਹੋ ਗਈ ਐਡੀਆਬੈਟਿਕ ਐਕਸਪੈਂਸ਼ਨ। ਕਾਰਨਟ ਬੜਾ ਚਲਾਕ ਬੰਦਾ ਸੀ, ਇਹਨੇ ਕੀ ਕੀਤਾ, ਇਹਨੇ ਇੱਕ ਸਾਈਕਲ ਆਦੀ ਤਰਫੋਂ ਕਾਪੀ ਤੇ ਕ੍ਰੀਏਟ ਕੀਤਾ ਥਿਓਰੈਟੀਕਲ। ਉਹ ਕਹਿੰਦਾ ਕਿ ਮੈਂ ਲੈ ਲੇ 4 ਸਿਸਟਮ ਬਣਾਏ ਐਂਡ ਦੇ ਵਰ ਵੈਰੀ ਈਜ਼ੀ ਸਿਸਟਮ। ਤਾਂ ਬੇਸਿਕਲੀ ਤੁਸੀਂ ਦੇਖੋ ਕਿ ਵੀ ਜਿਹੜੀ ਪਹਿਲਾ ਹੀ ਪ੍ਰੋਸੈਸ ਹੈ, ਮੰਨ ਲਓ ਪ੍ਰੋਸੈਸ A, ਇਹਨੂੰ 2 3 4 ਨਾਲ ਲਿਖ ਕੇ ਆਪਾਂ ਕਰੀਏ
दिस इज प्रोसेस बी, दिस इज प्रोसेस सी, दिस इज प्रोसेस डी। ਤਾਂ ਪ੍ਰੋਸੈਸ A ਆਪਣੇ ਆਈਸੋਥਰਮਲ ਹੈ। ਆਈਸੋਥਰਮਲ ਦੇ ਵਿੱਚ ਹੀਟ ਵੀ ਜ਼ੀਰੋ ਨਹੀਂ ਹੁੰਦੀ, ਵਰਕ ਵੀ ਜ਼ੀਰੋ ਨਹੀਂ ਹੁੰਦਾ। ਐਡੀਆਬੈਟਿਕ ਕੰਪਰੈਸ਼ਨ ਦੇ ਵਿੱਚ ਵਰਕ ਜ਼ੀਰੋ ਨਹੀਂ ਹੋਏਗਾ, ਲੇਕਿਨ ਹੀਟ ਆਪਣੀ ਜ਼ੀਰੋ ਹੋਏਗੀ। ਤਾਂ ਹੀਟ ਆਪਣੀ ਕਿੱਥੇ ਕਿੱਥੇ ਜ਼ੀਰੋ ਹੈ, ਇੱਥੇ ਜ਼ੀਰੋ ਹੈ। ਉਸ ਤੋਂ ਬਾਅਦ ਆਪਣੇ ਆਈਸੋਥਰਮਲ ਕੰਪਰੈਸ਼ਨ, ਉਹਦੇ ਵਿੱਚ ਕੀ ਹੈ, ਹੀਟ ਇਨਪੁਟ ਹੈ। ठीक है, आइसोथर्मल नहीं, आइसोथर्मल कंप्रेशन ते हीट आउटपुट मिलेगा इत्थे, ये है ना, नहीं नहीं इनपुट ही है। इत्थे अपने को की आ जाऊगा हीट आउटपुट। फिर तुसीं ऐ करो, ये ना आप गलत करके कंप्रैशन नीचे लिखने सीगे ते एक्सपांशन ऊपर लिखना सी, ते आपां इहनूं भी उल्टा करता। आपां साइकिल ठीक तरह बनावांगे। सब तो पहला आपां ने एक्सपांशन लेना है, ठीक है बच्चे। ते जिहड़ी अपने कोल आ हीट इनपुट है, इत्थे आ जाऊगा हीट आउटपुट, इत्थे आ जाऊगा इनपुट। ਹੁਣ ਆਪਾਂ ਡਾਇਗਰਾਮ ਦੇ ਵਿੱਚ ਵੀ ਚੇਂजेस ਕਰ ਦਈਏ ਆਪਦੀ। ਤਾਂ ਇਹ ਬਣ ਗਿਆ 1, ਇਹ ਬਣ ਗਿਆ 2 3 A B A B C। ਹੁਣ ਆਪਣੇ ਕੋਲ ਚਾਰ ਚੀਜ਼ਾਂ, ਚਾਰ ਆਪਣੇ ਕੋਲ ਆਪਸ਼ਨਸ ਬਣ ਗਈਆਂ। ਨਾਓ ਵੀ ਵਿਲ ਡੂ ਵਟ। ਫਿਰ ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਚੀਜ਼ ਹੁੰਦੀ ਹੈ, ਉਹ ਕੀ ਹੁੰਦਾ, ਇਹਦਾ ਕੰਸਟਰਕਸ਼ਨ, ਇਹਦਾ ਸਿਸਟਮ। ਤੇ ਇਹਦਾ ਕੰਸਟਰਕਸ਼ਨ ਕਿਵੇਂ ਬਣਦਾ ਹੈ। ਹੁਣ ਇਸ ਦਾ ਕੰਸਟਰਕਸ਼ਨ ਬਣੂਗਾ ਆਪਣੇ ਕੋਲੇ, ਬੜਾ ਵੱਡਾ ਕੰਸਟਰਕਸ਼ਨ ਹੈ, ਆਪਾਂ ਇੱਥੋਂ ਵੀ ਤੋਂ ਕਾਪੀ ਨਹੀਂ ਕਰ ਸਕਦੇ। 2 ਮਿੰਟ ਦੇਖ ਲੈਣ ਦੇ ਮੈਨੂੰ। हाँ सी, ਤਾਂ ਇਹ ਬਣ ਗਿਆ ਆਪਣੇ ਕੋਲੇ ਕੰਸਟਰਕਸ਼ਨ। ਹੁਣ ਦੇਖੋ ਆਪਣੇ ਕੋਲ ਕੰਸਟਰਕਸ਼ਨ ਕਿਵੇਂ ਬਣਿਆ ਵੀ, ਹਾਊ ਯੂ ਆਰ ਗੋਇੰਗ ਟੂ ਰਿਅਲਾਈਜ਼ ਦਿਸ। ਆਪਾਂ ਕੀ ਕੀਤਾ, ਆਪਾਂ ਕਿੱਥੇ ਸਿਲੰਡਰ ਬਣਾ ਲਿਆ। ਹੁਣ ਇਹ ਸਿਲੰਡਰ ਦੀ ਨੀਚੇ ਵਾਲੀ ਜਿਹੜੀ ਵਾਲ ਹੈ, ਕੰਡਕਟਿੰਗ ਵਾਲ ਹੈ, ਇਹ ਬਾਕੀ ਸਾਰੀਆਂ ਵਾਲਸ ਜਿਹੜੀਆਂ ਨਾਨ ਕੰਡਕਟਿੰਗ ਹੈ। ਹੁਣ ਇਹ ਹੈਗਾ ਆਪਣੇ ਕੋਲੇ ਸੋਰਸ ਵਿਚ ਇਜ਼ TH, ਦੈਟ ਇਜ਼ ਹਾਈਐਸਟ ਟੈਂਪਰੇਚਰ। ਇਹ TL ਸਿੰਕ ਲੋਅਰ ਟੈਂਪਰੇਚਰ ਹੈ, ਇਨਸੂਲੇਟਡ ਸਟੈਂਡ। ਹੁਣ ਮੈਂ ਕੀ ਕਰੂੰਗਾ, ਮੈਂ ਪਹਿਲਾਂ ਇਸ ਨੂੰ ਹੀ ਕੀਤਾ, ਪਹਿਲਾਂ ਮੈਂ ਸੋਰਸ ਤੇ ਰੱਖਿਆ ਤੇ ਸੋਰਸ ਤੇ ਰੱਖ ਕੇ ਐਕਸਪੈਂਸ਼ਨ ਕੀਤਾ। ਜਦੋਂ ਮੈਂ ਐਕਸਪੈਂਸ਼ਨ ਕੀਤਾ ਤਾਂ ਇਹਨੇ ਇਹਦੇ ਵਿੱਚ ਹੀਟ ਲੈ ਲਈ, ਹੀਟ ਲੈ ਲਈ ਤੇ ਟੈਂਪਰੇਚਰ ਮੈਂ ਵਧਣ ਨਹੀਂ ਦਿੱਤਾ, ਤਾਂ ਇਟ ਬਿਕੇਮ ਆਈਸੋਥਰਮਲ ਕੰਪਰੈਸ਼ਨ। ਉਸ ਤੋਂ ਬਾਅਦ ਮੈंने ਕੀ ਕੀਤਾ, ਮੈਂ ਇਸ ਨੂੰ ਸੋਰਸ ਦੇ ਉੱਤੇ ਰੱਖਿਆ ਤੇ ਮੈਂ ਥੋੜਾ ਜਿਹਾ ਹੋਰ ਐਕਸਪੈਂਡ ਕੀਤਾ, ਬਟ ਮੈਂ ਇਨਸੂਲੇਟਡ ਸਟੈਂਡ ਦੇ ਉੱਤੇ ਰੱਖਤਾ। ਪਹਿਲਾਂ ਮੈਂ ਇਹਦੇ ਉੱਤੇ ਰੱਖਿਆ, ਐਕਸਪੈਂਸ਼ਨ ਕੀਤੀ, ਫਿਰ ਮੈਂ ਚੱਕ ਕੇ ਇਹਦੇ ਉੱਤੇ ਰੱਖਿਆ, ਫਿਰ ਐਕਸਪੈਂਸ਼ਨ ਕੀਤੀ, ਤਾਂ ਉਹ ਕੀ ਬਣ ਗਈ, ਐਡੀਆਬੈਟਿਕ ਐਕਸਪੈਂਸ਼ਨ। ਉਸ ਤੋਂ ਬਾਅਦ मैंने ਉਹਨੂੰ ਸਿੰਕ ਤੇ ਰੱਖਿਆ, ਫਿਰ ਮੈਂ ਉਹਨੂੰ ਕੰਪਰੈਸ਼ਨ ਕੀਤਾ, ਉਹ ਕੀ ਬਣ ਗਿਆ ਮੇਰੇ ਕੋਲੇ, ਆਈਸੋਥਰਮਲ ਕੰਪਰੈਸ਼ਨ। ਫਿਰ ਮੈਂ ਉਹਨੂੰ ਇੱਥੋਂ ਚੱਕ ਕੇ ਵਾਪਸ ਇਨਸੂਲੇਟਡ ਸਟੈਂਡ ਤੇ ਰੱਖਿਆ, ਫਿਰ ਮੈਂ ਕੰਪਰੈਸ਼ਨ ਕੀਤਾ, ਤਾਂ ਮੇਰੇ ਕੋਲੇ ਯਾਰ 4 ਪ੍ਰੋਸੈਸਿਸ ਕੰਪਲੀਟ ਹੋ ਗਈਆਂ। ਜਤਿਨ ਗੱਲ ਕਲੀਅਰ ਹੋ ਰਹੀ ਹੈ ਕਿ ਨਹੀਂ ਹੋ ਰਹੀ, ਯੈਸ ਨੋ ਚ ਜਵਾਬ ਦੇ। ਪੱਕਾ ਕਲੀਅਰ ਹੋ ਗਿਆ। ਚਲੋ ਬਈ, ਹੁਣ ਆਪਾਂ ਚੱਲਦੇ ਹਾਂ ਇਦੋਂ ਅੱਗੇ। ਹੁਣ ਦੇਖੋ, ਹੁਣ ਆਪਾਂ ਦੇਖਣਾ ਚਾਹੁੰਦੇ ਹਾਂ ਵੀ ਇਹਦੇ ਵਿੱਚ ਆਪਣੇ ਕੋਲੇ ਆਹ ਪ੍ਰੋਸੈਸਿਸ ਆ ਗਈਆਂ, ਤਾਂ ਕਿਸ ਕਿਸ ਤਰ੍ਹਾਂ ਦਾ ਵਰਕ ਹੋ ਗਿਆ ਤੇ ਕਿਸ ਕਿਸ ਤਰ੍ਹਾਂ ਦਾ ਹੀਟ ਇਨਪੁਟ ਆਊਟਪੁਟ ਹੋਇਆ। ਦੇਖੋ ਹੁਣ ਮੈਂ ਇੱਥੇ ਲਿਖ ਲਿਆ ਪ੍ਰੋਸੈਸ A।
आइसोथर्मल एक्सपेंशन डी यू तो अपना 0 सीगा, डी क्यू ते डी डब्ल्यू दोनों P1 V1 ln V2 by V1 ਦੇ ਬਰਾਬਰ ਆ ਗਏ। ਇਹਦਾ ਮਤਲਬ ਇਹਦੇ ਵਿੱਚ ਮੈਨੂੰ ਹੀਟ ਇਨਪੁਟ ਹੋ ਗਿਆ, ਹੀਟ ਇਨਪੁਟ ਵੀ ਹੋਇਆ, ਵਰਕ ਵੀ ਹੋਇਆ। ਤਾਂ ਮੈਂ ਇੱਥੇ ਬਣਾ ਲਿਆ ਜੀ, ਮੇਰੇ ਕੋਲ ਇੱਥੇ ਹੀਟ ਇਨਪੁਟ ਆ ਰਿਹਾ। Q1 ਲਿਖ ਲਿਆ ਇਹਨੂੰ ਮੈਂ, यहाँ ਲਿਖ ਲਓ QH ਜਿਹੜਾ ਕਿ ਹਾਈਐਸਟ ਟੈਂਪਰੇਚਰ ਤੇ ਸੀਗਾ, ਉੱਥੋਂ ਦੀ ਹੀਟ ਫਲੋ ਕੀਤੀ 1 ਦੇ ਵਿੱਚ। ਤਾਂ ਇਹ ਵਾਲੇ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਕਿ ਇਸ ਦੇ ਵਿੱਚ ਆਪਾਂ ਨੂੰ ਹੀਟ ਕਿੱਥੋਂ ਮਿਲ ਗਈ, ਇੱਥੋਂ ਦੀ ਹੀਟ ਮਿਲ ਗਈ 1 ਚ, ਇਹ ਆਪਸ਼ਨ ਚ। ਹੁਣ ਆ ਜਾਓ ਆਪਾਂ ਪ੍ਰੋਸੈਸ ਨੰਬਰ 2। ਇਹ ਹੈਗਾ ਮੇਰੇ ਕੋਲੇ ਐਡੀਆਬੈਟਿਕ। ਹੁਣ ਮਤਲਬ ਕੀ ਹੋਇਆ ਵੀ ਐਡੀਆਬੈਟਿਕ ਹੋਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚੋਂ ਤਾਂ ਕੋਈ ਵੀ ਹੀਟ ਲਿੱਤੀ ਨਹੀਂ, ਨਾ ਦਿੱਤੀ, ਨਾ ਤਾਂ ਇਹਦੇ ਵਿੱਚ ਹੀਟ ਦਿੱਤੀ ਤੇ ਨਾ ਲਿੱਤੀ। ਤਾਂ ਇਹਦੇ ਵਿੱਚ ਤਾਂ ਮੈਨੂੰ ਆਹ ਵਾਲਾ ਐਰੋ ਬਣਾਉਣ ਦੀ ਲੋੜ ਨਹੀਂ ਹੈ ਕਿ ਹੀਟ ਆਈ ਨਹੀਂ, ਤੇ ਮੈਨੂੰ ਇਹਦੇ ਵਿੱਚ ਵਰਕ ਡਨ ਮਿਲ ਗਿਆ। ਵਰਕ ਡਨ ਦਾ ਕੀ ਫਾਰਮੂਲਾ ਬਣ ਜਾਊਗਾ, P1 V1 ਮਾਈਨਸ P2 V2 ਡਿਵਾਈਡ ਬਾਈ ਗਾਮਾ ਮਾਈਨਸ 1। ਇਸ ਜਗ੍ਹਾ ਤੇ ਮੇਰੇ ਕੋਲ ਕੀ ਆ ਜਾਊਗਾ, ਉਲਟਾ ਹੋ ਜਾਊਗਾ, क्योंकि मेरा 2 to 3 है ना प्रोसेस। तो मैनू आ चीज़ लिखूंगा इंस्टेड ऑफ दिस। हाँ भाई बच्चे गल क्लियर होगी? जतिन हो गया? जी सर एक रिवाइज करना की तेरी आवाज कटी जाती है, कुछ भी समझ नहीं लग रहा। क्या हो गया? रिवाइज करना चाहिए दोबारा तो फिर कल डाउट दस। चलो कोई गल नहीं। ਹੁਣ ਆਪਣੇ ਕੋਲੇ ਪ੍ਰੋਸੈਸ ਨੰਬਰ 2 ਤੁਹਾਡੀ ਜਿਹੜੀ ਹੈਗੀ ਹੈ, ਪ੍ਰੋਸੈਸ ਨੰਬਰ B ਜਿਹੜਾ ਹੈ ਉਹ ਕੰਪਲੀਟ ਹੋ ਗਿਆ। ਤਾਂ ਇਹਦੇ ਵਿੱਚ ਮੈਨੂੰ ਸਿਰਫ ਤੇ ਸਿਰਫ ਵਰਕ ਆਊਟਪੁੱਟ ਮਿਲ ਰਿਹਾ ਪੁੱਤ, ਠੀਕ ਹੈ ਨਾ। ਤਾਂ ਮੈਂ ਇੱਥੋਂ ਦੀ ਆਹ ਚੀਜ਼ ਐਂ ਬਣਾ ਦੇਣਾ, ਮੈਂ ਇੱਥੇ ਬਣਾ ਦੇਣਾ ਕਿ ਵਰਕ ਆਊਟਪੁੱਟ ਮਿਲ ਗਿਆ ਜੀ। ਵਰਕ ਆਊਟ। ਹੁਣ ਜਦੋਂ ਮੈਂ ਨੈਕਸਟ ਪ੍ਰੋਸੈਸ ਲਊਂਗਾ, ਪ੍ਰੋਸੈਸ C, ਉਦੋਂ ਮੇਰੇ ਕੋਲ ਕੀ ਬਣੂਗਾ, ਉਹ ਮੇਰੇ ਕੋਲ ਹੈਗੀ ਹੈ ਅਗੇਨ ਆਈਸੋਥਰਮਲ। isothermal compression। now what is this isothermal compression? ਹੁਣ isothermal compression ਹੋ ਗਿਆ, ਫਿਰ ਮੈਂ ਕਹੂੰਗਾ ਕਿ dq ਵੀ ਹੈ, dw ਵੀ ਹੈ, ਆਪਣੇ ਕੋਲ ਇੱਕ ਨਵਾਂ ਰਿਲੇਸ਼ਨ ਬਣ ਜਾਊਗਾ, ਲੇਕਿਨ ਇੱਥੋਂ ਵੀ q ਆ ਗਿਆ। ਤਾਂ ਇਹਨੂੰ ਮੈਂ ਕਹੂੰਗਾ ਹੀਟ ਆਊਟਪੁੱਟ, ਜਿਹੜਾ ਆਪਣੇ ਕੋਲ ਰਿਲੀਜ਼ ਹੋਈ ਹੈ ਹੀਟ, मतलब जी मैं हीट सिंक को दी। मैंने फार्मूला कोई इंपॉर्टेंट नहीं गा, यू कैन राइट दिस फार्मूला हियर अगेन, ठीक है ना। P3V3 ये मेरे को सिंक बन गया। तो मैं इत्थे क्या कि मेरे को आने वाली जी हीट है जी, इत्थों की बाहर निकल गई हीट। इत्थे मैं लिखता QL, जो मेरी हीट वेस्ट हुई। जो मैं हुण करूँगा प्रोसैस मेरी डी दी, एडियाबैटिक एक्सपेंशन, अगेन ये DQ 0 हो गया। ਹੁਣ ਜਦੋਂ DQ 0 ਹੋ ਗਿਆ, ਲੇਕਿਨ ਵਰਕ ਡਨ ਦਾ नहीं ना 0 ਹੋਇਆ, ਇੱਥੇ ਵਰਕ ਡਨ ਹੈ, ਲੇਕਿਨ ਇੱਥੇ ਵਰਕ ਡਨ ਇਨਪੁਟ ਆਊਗਾ।
क्यों? क्योंकि अपने को कंप्रेशन है, एक्सपेंशन नहीं गा, कंप्रेशन। कंप्रेशन तो हमेशा ही वर्क इनपुट आऊगा, वर्क इनपुट ते हीट आउटपुट उल्टा आऊगा। एक्सपेंशन च हीट इनपुट ते वर्क आउटपुट, ते कंप्रेशन च हीट आउटपुट हो जूगी ते वर्क इनपुट हो जूगा। अपने को आ चीज बन गई भाई, वर्क इनपुट आ गया। इत्थे मैंने कहता मेरे को वर्क इनपुट। लो हाँ भी पुत, इतों तक समझ लग गया? ਇਹ ਤਾਂ ਸੀਗਾ ਤੈਨੂੰ ਸਮਝਾਉਣ ਵਾਸਤੇ ਕਿ ਕਿਹੜੀ ਕਿਹੜੀ ਪ੍ਰੋਸੈਸ ਹੈ, ਕਿੰਨੀਆਂ ਪ੍ਰੋਸੈਸਿਸ ਹੈ, ਉਹ ਕਿਵੇਂ ਵਰਕ ਕਰਦੀਆਂ ਨੇ। ਤਾਂ ਹੁਣ ਦੇਖੋ ਇਹਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਕਿ ਵਰਕ ਆਊਟਪੁੱਟ ਮਾਈਨਸ ਵਰਕ ਇਨਪੁੱਟ ਆਪਣੇ ਕੋਲੇ ਟੋਟਲ ਅਮਾਉਂਟ ਆਫ ਵਰਕ ਆ ਜਾਊਗਾ। ਇੱਥੋਂ ਦੀ ਆਪਣੇ ਕੋਲੇ ਜਿਹੜਾ ਕਿਊ ਦਾ ਆ ਜਾਊਗਾ। ਤਾਂ ਵੀ ਕੈਨ ਸੋਲਵ ਦ ਕੁਐਸਚਨ ਫਰਮ ਦੈਮ। ਬਟ ਆਪਾਂ ਹੀ ਕਰਾਂਗੇ, ਆਪਾਂ ਇੱਕ ਸ਼ਾਰਟਕਟ ਲਿੱਤਾ, ਆਪਾਂ ਐਫੀਸ਼ੀਐਂਸੀ ਫਾਈਂਡ ਕਰਨਾ ਚਾਹੁੰਦੇ ਆ। ਆਪਾਂ ਫਾਈਂਡ ਕਰਨਾ ਚਾਹੁੰਦੇ ਆ ਐਫੀਸ਼ੀਐਂਸੀ। The efficiency is given by 1 minus QL divided by QH। ਇਹਦੇ 'ਚ ਆਪਾਂ ਡਾਇਰੈਕਟ ਵੈਲਿਊ ਪੁੱਟ ਕਰ ਦਿਆਂਗੇ QL, ਜਿਹੜੀ ਕਿ ਹੀਟ ਆਪਾਂ ਨੇ ਲੌਸ ਕੀਤੀ, ਉਹ ਕਿਹਦੇ ਵਿੱਚ ਕੀਤੀ? ਆਪਾਂ ਨੇ ਇੱਥੇ ਕੀਤੀ, ਉਹ ਆ ਗਿਆ ਆ। PV3 ਨੂੰ ਆਪਾਂ ਇੱਥੇ ਲਿਖ ਸਕਦੇ ਹਾਂ RT low। PV is equal to nRT ਹੁੰਦਾ ਨਾ। ਇਹਨੂੰ ਲਿਖ ਸਕਦੇ ਹਾਂ RTH ln V2 by V1, ਜਿਹੜਾ ਕਿ ਆਪਾਂ ਇੱਥੋਂ ਹੀ ਚੱਕ ਲਿਆ। ਹਾਂ ਵੀ ਬੱਚੇ ਕਲੀਅਰ ਹੈ? ਹੁਣ ਆਪਾਂ ਇਹ ਕੀਤਾ, R ਨਾਲ R ਕੈਂਸਲ ਕਰਤਾ। ਨਾਓ ਵੀ ਵਾਂਟ ਟੂ ਸੀ ਵਾਟ ਹੈਪਨਸ। ਹੁਣ ਇਹਦੇ ਵਿੱਚ ਕੀ ਹੁੰਦਾ, V4 by V3 will come out to be equal to V2 by V1। ਤਾਂ ਇਹਦੇ ਵਿੱਚ ਕੀ ਕਰਾਂਗੇ ਆਪਾਂ, ਇਹਨੂੰ ਤੈਨੂੰ ਕੈਂਸਲ ਕਰ ਦਿਆਂਗੇ। हाँ भाई पुत्र, मौसम खराब है। बारी बारी रेंज चली जाती। चल कोई गल नहीं, मैं रिकॉर्डिंग करी जन्ना, ये वाला पूरा दा पूरा मैं तुहानू रिकॉर्डिंग भेज दूंगा, ठीक है ना। ते तुसीं ये रिकॉर्डिंग देख लेनी है, YouTube ते अपलोड कर दो। एफिशिएंसी इज इक्वल टू कर दे हैं, ग्रुप पे सेंड कर दे। और ग्रुप च नहीं सेंड हो रही ना, 200 MB भी होए। अच्छा और भी ਤਾਂ ਆਪਣੇ ਕੋਲ ਐਫੀਸ਼ੀਐਂਸੀ ਦਾ ਇੱਕ ਫਾਰਮੂਲਾ ਆ ਗਿਆ। ਐਫੀਸ਼ੀਐਂਸੀ ਦਾ ਫਾਰਮੂਲਾ ਆ ਗਿਆ A। ਹੁਣ ਇਹ ਬਹੁਤ ਜ਼ਿਆਦਾ ਘੈਂਟ ਚੀਜ਼ ਹੈ। ਇਹਦੇ ਵਿੱਚ ਕੀ ਆ ਗਿਆ, ਆਪਾਂ ਨੂੰ ਆਪਾਂ ਨੇ ਕਹਿਤਾ ਕਿ ਵੀ ਯਾਰ ਐਫੀਸ਼ੀਐਂਸੀ ਹੈ ਆਪਣੇ ਕੋਲੇ 1 ਮਾਈਨਸ T ਲੋਅਰ ਬਾਈ TH। ਤਾਂ T ਲੋਅਰ ਜਿਹੜਾ ਹੈ ਉਹ ਤਾਂ ਕਦੇ 0 ਹੋ ਹੀ ਨਹੀਂ ਸਕਦਾ ਨਾ। 0 ਕੈਲਵਿਨ ਕੈਨ ਨੈਵਰ ਬੀ ਅਚੀਵਡ। ਜ਼ੀਰੋ ਕੈਲਵਿਨ ਤਾਂ ਕਦੇ ਅਚੀਵ ਹੋ ਹੀ ਨਹੀਂ ਸਕਦਾ। ਤੇ ਜੇ 0 ਕੈਲਵਿਨ ਕਦੇ ਅਚੀਵ ਨਹੀਂ ਹੋ ਸਕਦਾ, ਕਿਉਂਕਿ ਇਹਦੇ 'ਚ ਤਾਂ ਆਪਾਂ ਐਬਸੋਲੂਟ ਟੈਂਪਰੇਚਰ ਪਾਵਾਂਗੇ, ਤਾਂ TL by TH ਕੈਨ ਨੈਵਰ ਬੀ ਇਕੁਅਲ ਟੂ 0। ਇਟ ਮੀਨਸ ਕਿ ਕਾਰਨੋਟ ਦੇ ਇਸ ਐਫੀਸ਼ੀਐਂਸੀ ਜਿਹੜੀ ਹੈ, even this efficiency cannot be 100%। even this efficiency cannot be 100%। ਤਾਂ ਇਹਨੂੰ ਆਪਾਂ ਕਹਿੰਦੇ ਕਾਰਨੋਟ ਐਫੀਸ਼ੀਐਂਸੀ, ਮਤਲਬ ਮੈਕਸਿਮਮ ਐਫੀਸ਼ੀਐਂਸੀ ਤੁਹਾਡੇ ਇੰਜਨ ਦੀ TL by TH ਹੈ। ਤੁਹਾਡਾ ਜਿਹੜਾ ਐਕਚੁਅਲ ਇੰਜਨ ਹੈ ਉਹ ਤਾਂ ਅਚੀਵ ਕਰੂਗਾ 30% ਐਫੀਸ਼ੀਐਂਸੀ। ਇਸ ਫਾਰਮੂਲੇ ਤੋਂ ਕੱਢੋਗੇ ਤਾਂ ਆ ਜਾਊਗਾ ਤਕਰੀਬਨ 50% ਐਫੀਸ਼ੀਐਂਸੀ। ਠੀਕ ਹੈ ਬਈ, ਮੈਕਸਿਮਮ ਤੁਸੀਂ 50% ਐਫੀਸ਼ੀਐਂਸੀ ਲੈ ਸਕਦੇ ਹੋ। ਲੇਕਿਨ ਤੁਸੀਂ ਕਿਉਂਕਿ ਜਦੋਂ ਰਿਐਲਿਟੀ 'ਚ ਕੰਮ ਕਰੋਗੇ ਤਾਂ ਤੁਹਾਨੂੰ 50% ਐਫੀਸ਼ੀਐਂਸੀ ਵੀ ਨਹੀਂ ਮਿਲਣੀ। 30% ਐਫੀਸ਼ੀਐਂਸੀ ਤੇ 100% ਤੋਂ ਕਿੰਨਾ ਘੱਟ ਹੈ ਤੁਸੀਂ ਇਹ ਦੇਖ ਲਓ। ਤਾਂ ਕਾਰਨੋਟ ਨੇ ਆਪਦੇ ਇੰਜਨ ਦੀ ਹੈਲਪ ਨਾਲ ਇਹ ਪ੍ਰੂਫ ਕਰਤਾ ਕਿ ਦੀ ਐਫੀਸ਼ੀਐਂਸੀ ਆਫ ਐਨ ਇੰਜਨ
कैन नेवर बी इक्वल टू 100%। कदे सोचना भी नहीं कि 100% हो जूगी, हो ही नहीं सकती कदे 100%। गल क्लीयर होगी पुत्र? हाँ भाई, हैगा कि चला गया? चल कोई गल नहीं, तेरी कोई आवाज नहीं आ रही, कुछ नहीं आ रहा, बट इन्नी गल पता लग गई कि हैगा तो। चलो बई, तो हुण मैं ਤੁਹਾਡੀ ਬੁੱਕ ਚੋਂ ਆਪਾਂ ਇੱਕ ਵਾਰ ਚੈੱਕ ਕਰ ਲੈਂਦੇ ਆ। ਮੋਸਟ ਪ੍ਰੋਬਬਲੀ ਕਾਰਨੋਟ ਇੰਜਨ ਇਜ਼ ਓਵਰ, ਤੁਹਾਡਾ ਟੌਪਿਕ ਖਤਮ ਹੋ ਚੁੱਕਿਆ ਹੈ। ਵੇਟ, हाँ भाई बच्चे, मैं देख लिया ਤੇ ਤੁਹਾਡਾ ਸਾਰਾ ਕੰਮ ਕੰਪਲੀਟ ਹੈ। ਆਪਾਂ ਐਫੀਸ਼ੀਐਂਸੀਜ਼ ਫਾਈਂਡ ਕਰਨੀਆਂ ਸੀ, ਐਫੀਸ਼ੀਐਂਸੀ ਫਾਈਂਡ ਕਰਤੀਆਂ, ਤੁਹਾਨੂੰ ਸਾਰੀਆਂ ਇਹ ਚੀਜ਼ ਦਿਖਾਤੀਆਂ, ਸਾਰੇ ਬ੍ਰਾਂਚ ਪ੍ਰੋਸੈਸਿਸ ਕੰਪਲੀਟਲੀ ਦੱਸਤੀਆਂ। ਸੋ ਹੇਅਰ ਵੀ ਹੈਵ ਕੰਪਲੀਟਡ ਯੋਰ ਚੈਪਟਰ ਦੈਟ ਇਜ਼ ਕਾਲਡ ਥਰਮੋਡਾਇਨਾਮਿਕਸ। ਠੀਕ ਹੈ ਜਤਿਨ, ਲਓ ਜੀ, ਤੁਹਾਡਾ ਫਾਰਮ ਸਾਰਾ ਸਿਲੇਬਸ ਆਪਣਾ ਖਤਮ ਹੈ। ਤੇ ਇਹ ਮੈਂ ਸ਼ੀਟ ਤੁਹਾਨੂੰ ਮੈਂ WhatsApp ਤੇ ਭੇਜ ਦੂੰਗਾ, वीडियो तो मैं यूट्यूब पर अपलोड कर दूंगा, लिंक भेज दूंगा WhatsApp पे। चलो जी, ठीक है बच्चे, ओके बाय।